हाँ जी स्टूडेंट्स, ਅੱਜ ਦੀ ਭੂਗੋਲ ਦੀ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਗਲੋਬ ਬਾਰੇ ਪੜਾਂਗੇ। ਗਲੋਬ ਕੀ ਹੁੰਦਾ? ਅਸੀਂ ਸਾਰੇ ਜਾਣਦੇ ਹਾਂ ਕਿ ਧਰਤੀ ਦੇ ਮਾਡਲ ਨੂੰ ਗਲੋਬ ਕਹਿੰਦੇ ਨੇ, ਕਿਉਂਕਿ ਧਰਤੀ ਇੰਨੀ ਵੱਡੀ ਆ। ਅਸੀਂ ਉਸ ਦਾ ਜਿਹੜਾ ਉਸ ਬਾਰੇ ਸਟੱਡੀ ਆ ਉਹ ਗਲੋਬ ਦੇ ਆਧਾਰ ਤੇ ਹੀ ਕਰਦੇ ਹਾਂ। ਤਾਂ ਗਲੋਬ ਕੀ ਆ? ਧਰਤੀ ਦਾ ਮਾਡਲ ਹੈ। ਗਲੋਬ ਭਿੰਨ ਪ੍ਰਕਾਰ ਦੇ ਹੋ ਸਕਦੇ ਨੇ। ਵੱਡੇ ਗਲੋਬ ਜੋ ਆਸਾਨੀ ਨਾਲ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਨਹੀਂ ਜਾ ਸਕਦੇ। ਜੇ ਵਿੱਚ ਰੱਖਣ ਵਾਲੇ ਛੋਟੇ ਗਲੋਬ, ਗੁਬਾਰੇ ਵਰਗੇ ਗਲੋਬ ਜਿਨ੍ਹਾਂ ਵਿੱਚ ਹਵਾ ਭਰੀ ਜਾ ਸਕਦੀ ਹੈ, ਆਸਾਨੀ ਨਾਲ ਇੱਕ ਸਥਾਨ ਤੋਂ ਦੂਜੇ ਸਥਾਨ ਜਾ ਸਕਦੇ ਨੇ। ਇਸ ਤੋਂ ਇਲਾਵਾ ਗਲੋਬ ਸਥਿਰ ਨਹੀਂ ਹੁੰਦੇ, ਉਸ ਨੂੰ ਉਸੇ ਪ੍ਰਕਾਰ ਘੁਮਾਇਆ ਜਾ ਸਕਦਾ ਜਿਵੇਂ ਘੁਮਿਆਰ ਦਾ ਪਹੀਆ ਜਾਂ ਲਾਟੂ ਘੁੰਮਦਾ ਹੈ, ਜਾਂ ਅਸੀਂ ਕਹਿ ਲਈਏ ਜਿਵੇਂ ਸਾਡੀ ਪ੍ਰਿਥਵੀ ਘੁੰਮਦੀ ਹੈ। ਗਲੋਬ ਤੇ ਦੇਸ਼ਾਂ, ਮਹਾਦੀਪਾਂ, ਮਹਾਸਾਗਰਾਂ ਨੂੰ ਉਹਨਾਂ ਦੇ ਸਹੀ ਆਕਾਰ ਤੇ ਅਨੁਪਾਤ ਵਿੱਚ ਦਿਖਾਇਆ ਜਾਂਦਾ ਹੈ। ਪ੍ਰਿਥਵੀ ਦੇ ਵਾਂਗ ਕਿਸੇ ਗੋਲੇ ਤੇ ਕਿਸੇ ਬਿੰਦੂ ਦੀ ਸਥਿਤੀ ਦਾ ਵਰਣਨ ਕਰਨਾ ਔਖਾ ਹੈ। ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਇਸ ਤੇ ਕਿਸੇ ਸਥਾਨ ਦੀ ਸਥਿਤੀ ਕਿਵੇਂ ਦਿਖਾਈ ਜਾਵੇ। ਇਸ ਦੇ ਸੰਬੰਧ 'ਚ ਸਾਨੂੰ ਕੁਝ ਬਿੰਦੂਆਂ ਤੇ ਰੇਖਾਵਾਂ ਦੇ ਸੰਦਰਭ ਦੀ ਜ਼ਰੂਰਤ ਹੁੰਦੀ ਹੈ। ਗਲੋਬ ਬਣਿਆ ਕਿਵੇਂ ਆ? ਇਹਦੇ ਵਿੱਚ ਕੀ ਆ? ਇੱਕ ਸੂਈ ਗਲੋਬ ਵਿੱਚ ਝੁਕੀ ਹੋਈ ਅਵਸਥਾ ਵਿੱਚ ਸਥਿਤ ਹੁੰਦੀ ਹੈ, ਜਿਸ ਨੂੰ ਧੁਰਾ ਕਿਹਾ ਜਾਂਦਾ ਹੈ। ਟੇਢਾ ਹੁੰਦਾ ਹੈ ਗਲੋਬ। ਗਲੋਬ ਦੇ ਉਹ ਦੋ ਬਿੰਦੂ ਜਿਨ੍ਹਾਂ ਤੋਂ ਹੋ ਕੇ ਸੂਈ ਲੰਘਦੀ ਹੈ, ਉੱਤਰੀ ਤੇ ਦੱਖਣੀ ਧਰੁਵ ਹਨ। ਗਲੋਬ ਨੂੰ ਇਸ ਸੂਈ ਦੇ ਚਾਰੇ ਪਾਸੇ ਪ੍ਰਿਥਵੀ ਦੇ ਵਾਂਗ ਪੱਛਮ ਤੋਂ ਪੂਰਬ ਵੱਲ ਘੁਮਾਇਆ ਜਾ ਸਕਦਾ ਹੈ। ਸਾਨੂੰ ਇੱਥੇ ਯਾਦ ਰੱਖਣਾ ਚਾਹੀਦਾ ਹੈ ਕਿ ਇਹਨਾਂ ਦੋਨਾਂ ਵਿੱਚ ਇੱਕ ਅੰਤਰ ਆ। ਪ੍ਰਿਥਵੀ ਤੇ ਅਸਲ ਵਿੱਚ ਕੋਈ ਸੂਈ ਨਹੀਂ ਹੁੰਦੀ। ਇਹ ਆਪਣੇ ਧੁਰੇ ਦੁਆਲੇ ਚਾਰੋਂ ਪਾਸੇ ਘੁੰਮਦੀ ਆ, ਜੋ ਕਿ ਇੱਕ ਕਾਲਪਨਿਕ ਰੇਖਾ ਹੈ। ਇੱਕ ਹੋਰ ਕਾਲਪਨਿਕ ਰੇਖਾ ਵੀ ਗਲੋਬ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈ, ਜਿਸ ਨੂੰ ਭੂ ਮੱਧ ਰੇਖਾ ਕਿਹਾ ਜਾਂਦਾ ਹੈ। ਪ੍ਰਿਥਵੀ ਦੇ ਉੱਤਰ ਵਿੱਚ ਸਥਿਤ ਅੱਧੇ ਭਾਗ ਨੂੰ ਉੱਤਰੀ ਗੋਲਾਰਧ ਤੇ ਦੱਖਣ ਵੱਲ ਅੱਧੇ ਭਾਗ ਨੂੰ ਦੱਖਣੀ ਗੋਲਾਰਧ ਕਿਹਾ ਜਾਂਦਾ ਹੈ। ਇਹ ਦੋਨੇ ਬਰਾਬਰ ਦੇ ਅੱਧੇ ਭਾਗ ਹੁੰਦੇ ਹਨ। ਇਸ ਪ੍ਰਕਾਰ ਭੂ ਮੱਧ ਰੇਖਾ ਪ੍ਰਿਥਵੀ ਤੇ ਇੱਕ ਕਾਲਪਨਿਕ ਬ੍ਰਿਤ ਬਣਾਉਂਦੀ ਹੈ। ਇਹ ਪ੍ਰਿਥਵੀ ਦੇ ਵਿਭਿੰਨ ਸਥਾਨਾਂ ਦੀ ਸਥਿਤੀ ਨੂੰ ਦੱਸਣ ਦਾ ਸਭ ਤੋਂ ਮਹੱਤਵਪੂਰਨ ਸੰਦਰਭ ਬਿੰਦੂ ਹੈ। ਭੂ ਮੱਧ ਰੇਖਾ ਤੋਂ ਧਰੁਵਾਂ ਤੱਕ ਸਥਿਤ ਸਾਰੇ ਸਮਾਨਾਂਤਰ ਬ੍ਰਿਤਾਂ ਨੂੰ ਸਮਾਨਾਂਤਰ ਰੇਖਾਵਾਂ ਕਿਹਾ ਜਾਂਦਾ ਹੈ। ਵਿਤਕਾਰ ਕਿਹਾ ਜਾਂਦਾ ਹੈ। ਵਿਤਕਾਰਾਂ, ਅਕਸ਼ਾਂਸ਼ਾਂ ਵੀ ਕਹਿੰਦੇ ਨੇ ਇਹਨਾਂ ਨੂੰ ਅੰਸ਼ ਵਿੱਚ ਮਾਪਿਆ ਜਾਂਦਾ ਹੈ। ਭੂ ਮੱਧ ਰੇਖਾ 0 ਅੰਸ਼ ਵਿਤਕਾਰ ਨੂੰ ਦਰਸਾਉਂਦੀ ਹੈ, ਕਿਉਂਕਿ ਭੂ ਮੱਧ ਰੇਖਾ ਤੋਂ ਦੋਵੇਂ ਪਾਸੇ ਧਰੁਵਾਂ ਵਿਚਕਾਰ ਦੀ ਦੂਰੀ ਪ੍ਰਿਥਵੀ ਦੇ ਚਾਰੇ ਪਾਸਿਆਂ ਤੇ ਬ੍ਰਿਤ ਦਾ 1/4 ਹੁੰਦੀ ਹੈ। ਇਸ ਲਈ ਇਸ ਦਾ ਮਾਪ ਹੋਵੇਗਾ 360 ਡਿਗਰੀ ਅੰਸ਼ ਦਾ 1/4, ਭਾਵ 90 ਡਿਗਰੀ ਅੰਸ਼। ਇਸ ਪ੍ਰਕਾਰ 90 ਡਿਗਰੀ ਅੰਸ਼ ਉੱਤਰੀ ਵਿਤਕਾਰ, ਉੱਤਰੀ ਧਰੁਵ ਨੂੰ ਦਰਸਾਉਂਦਾ ਹੈ। 90 ਡਿਗਰੀ ਅੰਸ਼ ਦੱਖਣੀ ਵਿਤਕਾਰ, ਦੱਖਣੀ ਧਰੁਵ ਨੂੰ ਦਰਸਾਉਂਦਾ ਹੈ। ਇਸ ਪ੍ਰਕਾਰ ਭੂ ਮੱਧ ਰੇਖਾ ਦੇ ਉੱਤਰ ਦੀਆਂ ਸਾਰੀਆਂ ਸਮਾਨਾਂਤਰ ਰੇਖਾਵਾਂ ਨੂੰ ਉੱਤਰੀ ਵਿਤਕਾਰ ਕਿਹਾ ਜਾਂਦਾ ਹੈ ਅਤੇ ਦੱਖਣ ਵਿੱਚ ਸਥਿਤ ਸਾਰੀਆਂ ਸਮਾਨਾਂਤਰ ਰੇਖਾਵਾਂ ਨੂੰ ਦੱਖਣੀ ਵਿਤਕਾਰ ਕਿਹਾ ਜਾਂਦਾ ਹੈ। ਇਸ ਲਈ ਹਰੇਕ ਵਿਤਕਾਰ ਦੇ ਮਾਨ ਦੇ ਨਾਲ ਉਸ ਦੀ ਦਿਸ਼ਾ, ਭਾਵ ਉੱਤਰ ਜਾਂ ਦੱਖਣ ਨੂੰ ਵੀ ਲਿਖਿਆ ਜਾਂਦਾ ਹੈ। ਆਮ ਤੌਰ ਤੇ ਇਸ ਨੂੰ N ਜਾਂ S ਨਾਲ ਵਿਅਕਤ ਕੀਤਾ ਜਾਂਦਾ ਹੈ। N ਮੀਨਜ਼ ਨਾਰਥ, S ਮੀਨਜ਼ ਸਾਊਥ। ਉਦਾਹਰਨ ਲਈ ਮਹਾਰਾਸ਼ਟਰ ਵਿੱਚ ਚੰਦਰਪੁਰ ਅਤੇ ਬ੍ਰਾਜ਼ੀਲ, ਦੱਖਣੀ ਅਮਰੀਕਾ ਵਿੱਚ ਬੇਲੋ ਹੋਰਿਜ਼ੋਂਟੇ ਦੋਨੋਂ ਇੱਕ ਹੀ ਵਿਤਕਾਰ 20 ਡਿਗਰੀ ਅੰਸ਼ ਤੇ ਸਥਿਤ ਹਨ, ਪਰੰਤੂ ਚੰਦਰਪੁਰ ਭੂ ਮੱਧ ਰੇਖਾ ਦੇ 20 ਡਿਗਰੀ ਅੰਸ਼ ਦੇ ਉੱਤਰ ਵਿੱਚ ਤੇ ਬੇਲੋ ਹੋਰਿਜ਼ੋਂਟੋ ਵਿਸ਼ੁਵਤ ਬ੍ਰਿਤ ਦੇ 20 ਡਿਗਰੀ ਅੰਸ਼ ਦੱਖਣ ਵਿੱਚ ਸਥਿਤ ਹੈ। ਇਸ ਲਈ ਅਸੀਂ ਕਹਿੰਦੇ ਹਾਂ ਕਿ ਚੰਦਰਪੁਰ 20 ਡਿਗਰੀ ਉੱਤਰ ਵਿਤਕਾਰ ਤੇ ਬੇਲੋ ਹੋਰਿਜ਼ੋਂਟੇ 20 ਡਿਗਰੀ ਦੱਖਣੀ ਵਿਤਕਾਰ ਤੇ ਸਥਿਤ ਹੈ। ਸਥਿਤੀ ਦੋਨਾਂ ਦੀ ਸੇਮ ਹੁੰਦੀ ਆ, ਇੱਕ ਦਿਸ਼ਾ ਦਾ ਫਰਕ ਹੈਗਾ ਦੋਨਾਂ ਦੇਸ਼ਾਂ ਦੇ ਜਿਹੜੇ ਇਹ ਏਰੀਏ ਨੇ। ਸਪਸ਼ਟ ਹੈ ਕਿ ਜਿਵੇਂ ਜਿਵੇਂ ਅਸੀਂ ਭੂ ਮੱਧ ਰੇਖਾ ਤੋਂ ਦੂਰ ਜਾਂਦੇ ਹਾਂ, ਵਿਤਕਾਰਾਂ ਦਾ ਆਕਾਰ ਘਟਦਾ ਜਾਂਦਾ ਹੈ।
ਮਹੱਤਵਪੂਰਨ ਵਿਤਕਾਰ ਜਾਂ ਅਕਸ਼ਾਂਸ਼ ਸਮਾਨਾਂਤਰ ਰੇਖਾਵਾਂ। ਭੂ-ਮੱਧ ਰੇਖਾ 0 ਡਿਗਰੀ, ਉੱਤਰੀ ਧਰੁਵ 90 ਡਿਗਰੀ N, ਦੱਖਣੀ ਧਰੁਵ 90 ਡਿਗਰੀ S ਦੇ ਇਲਾਵਾ 4 ਮਹੱਤਵਪੂਰਨ ਵਿਤਕਾਰ ਰੇਖਾਵਾਂ ਹੋਰ ਵੀ ਹਨ। ਇਹ ਕਿਹੜੀਆਂ ਨੇ? ਉੱਤਰੀ ਗੋਲਾਰਧ ਵਿੱਚ ਕਰਕ ਰੇਖਾ 23.5 ਡਿਗਰੀ ਉੱਤਰ, ਦੱਖਣੀ ਗੋਲਾਰਧ ਵਿੱਚ ਮਕਰ ਰੇਖਾ 23.5 ਡਿਗਰੀ ਦੱਖਣ ਵੱਲ, ਭੂ-ਮੱਧ ਰੇਖਾ ਦੇ 66 ਸਹੀ 1/2 ਡਿਗਰੀ ਉੱਤਰ ਅਤੇ ਉੱਤਰ ਧਰੁਵ ਬ੍ਰਿਤ, ਭੂ-ਮੱਧ ਰੇਖਾ ਦੇ 66 ਸਹੀ 1/2 ਡਿਗਰੀ ਦੱਖਣ ਵਿੱਚ ਦੱਖਣੀ ਧਰੁਵ ਬ੍ਰਿਤ। ਇਹ 4 ਰੇਖਾਵਾਂ ਨੇ ਜਿਨ੍ਹਾਂ ਨੂੰ ਮਾਪਦੇ ਹਾਂ ਅਸੀਂ। ਪ੍ਰਿਥਵੀ ਦੇ ਤਾਪ ਕਟੀਬੰਧ ਕਰਕ ਰੇਖਾ ਤੇ ਮਕਰ ਰੇਖਾ ਦੇ ਵਿਚਕਾਰ ਦੇ ਸਾਰੇ ਵਿਤਕਾਰਾਂ ਤੇ ਸੂਰਜ ਸਾਲ ਵਿੱਚ ਇੱਕ ਵਾਰ ਦੁਪਹਿਰ ਵਿੱਚ ਸਿਰ ਦੇ ਠੀਕ ਉੱਪਰ ਹੁੰਦਾ ਹੈ। ਇਸ ਲਈ ਇਸ ਖੇਤਰ ਵਿੱਚ ਸਭ ਤੋਂ ਜ਼ਿਆਦਾ ਤਾਪ ਪ੍ਰਾਪਤ ਹੁੰਦਾ ਹੈ। ਇਸ ਨੂੰ ਊਸ਼ਣ ਕਟੀਬੰਧ ਕਿਹਾ ਜਾਂਦਾ ਹੈ। ਕਰਕ ਅਤੇ ਮਕਰ ਰੇਖਾ ਦੇ ਬਾਅਦ ਕਿਸੇ ਵੀ ਵਿਤਕਾਰ ਤੇ ਦੁਪਹਿਰ ਦਾ ਸੂਰਜ ਕਦੇ ਵੀ ਸਿਰ ਦੇ ਉੱਪਰ ਨਹੀਂ ਹੁੰਦਾ। ਧਰੁਵ ਦੇ ਵੱਲ ਨੂੰ ਸੂਰਜ ਦੀਆਂ ਕਿਰਨਾਂ ਤਿਰਛੀਆਂ ਹੁੰਦੀਆਂ ਜਾਂਦੀਆਂ ਨੇ। ਇਸ ਪ੍ਰਕਾਰ ਉੱਤਰੀ ਗੋਲਾਰਧ ਵਿੱਚ ਕਰਕ ਰੇਖਾ ਉੱਤਰੀ ਧਰੁਵ ਬ੍ਰਿਤ ਅਤੇ ਦੱਖਣੀ ਗੋਲਾਰਧ ਵਿੱਚ ਮਕਰ ਰੇਖਾ ਦੱਖਣੀ ਧਰੁਵ ਬ੍ਰਿਤ ਦੇ ਵਿਚਕਾਰ ਵਾਲੇ ਖੇਤਰਾਂ ਦਾ ਤਾਪਮਾਨ ਮੱਧਮ ਰਹਿੰਦਾ ਹੈ। ਇਸ ਲਈ ਇਹਨਾਂ ਨੂੰ ਸ਼ੀਤੋਸ਼ਣ ਕਟੀਬੰਧ ਕਿਹਾ ਜਾਂਦਾ ਹੈ। ਉੱਤਰੀ ਗੋਲਾਰਧ ਵਿੱਚ ਉੱਤਰੀ ਧਰੁਵ ਬ੍ਰਿਤ ਤੇ ਉੱਤਰੀ ਧਰੁਵ ਅਤੇ ਦੱਖਣੀ ਗੋਲਾਰਧ ਵਿੱਚ ਦੱਖਣੀ ਧਰੁਵ ਬ੍ਰਿਤ ਤੇ ਦੱਖਣੀ ਧਰੁਵ ਦੇ ਵਿਚਕਾਰ ਦੇ ਖੇਤਰ ਵਿੱਚ ਬਹੁਤ ਠੰਡ ਹੁੰਦੀ ਹੈ, ਕਿਉਂਕਿ ਇੱਥੇ ਸੂਰਜ ਖਿਤਿਜ ਤੋਂ ਜ਼ਿਆਦਾ ਉੱਪਰ ਨਹੀਂ ਆ ਸਕਦਾ। ਇਸ ਲਈ ਇਹ ਸ਼ੀਤ ਕਟੀਬੰਧ ਕਹਾਉਂਦੇ ਹਨ। ਅੱਗੇ ਦੇਸ਼ਾਂਤਰ ਤੇ ਰੇਖਾਂਸ਼ ਕੀ ਹੁੰਦੇ ਨੇ? ਕਿਸੇ ਸਥਾਨ ਦੀ ਸਥਿਤੀ ਨੂੰ ਦੱਸਣ ਲਈ ਉਸ ਸਥਾਨ ਦੇ ਵਿਤਕਾਰ ਦੇ ਇਲਾਵਾ ਕੁਝ ਹੋਰ ਜਾਣਕਾਰੀਆਂ ਦੀ ਜ਼ਰੂਰਤ ਵੀ ਹੁੰਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਟੋਂਗਾ ਦੀਪ, ਹਿੰਦ ਮਹਾਸਾਗਰ ਵਿੱਚ ਸਥਿਤ ਮੌਰੀਸ਼ੀਅਸ ਦੀਪ ਇੱਕ ਹੀ ਵਿਤਕਾਰ 20 ਡਿਗਰੀ 00 ਦੱਖਣ ਤੇ ਸਥਿਤ ਹਨ। ਉਹਨਾਂ ਦੀ ਸਹੀ ਸਥਿਤੀ ਜਾਣਨ ਲਈ ਸਾਨੂੰ ਇਹ ਪਤਾ ਕਰਨਾ ਹੋਵੇਗਾ ਕਿ ਉੱਤਰੀ ਧਰੁਵ ਨੂੰ ਦੱਖਣੀ ਧਰੁਵ ਨਾਲ ਜੋੜਨ ਵਾਲੀ ਸੰਦਰਭ ਰੇਖਾ ਤੋਂ ਪੂਰਬ ਜਾਂ ਪੱਛਮ ਦੇ ਵੱਲ ਇਹਨਾਂ ਸਥਾਨਾਂ ਦੀ ਦੂਰੀ ਕਿੰਨੀ ਹੈ। ਇਹਨਾਂ ਸੰਦਰਭ ਰੇਖਾਵਾਂ ਨੂੰ ਦੇਸ਼ਾਂਤਰ ਜਾਂ ਲੰਬਕਾਰੀ ਮੈਰੀਡੀਅਨ ਕਹਿੰਦੇ ਹਨ। ਉਹਨਾਂ ਦੇ ਵਿਚਕਾਰ ਦੀ ਦੂਰੀ ਨੂੰ ਦੇਸ਼ਾਂਤਰ ਤੇ ਅੰਸ਼ਾਂ ਵਿੱਚ ਮਾਪਿਆ ਜਾਂਦਾ ਹੈ। ਹਰੇਕ ਅੰਸ਼ ਨੂੰ ਮਿੰਟ ਵਿੱਚ ਤੇ ਮਿੰਟ ਨੂੰ ਸਕਿੰਡ ਵਿੱਚ ਮਾਪਿਆ ਜਾਂਦਾ ਹੈ। ਇਹ ਅਰਧ ਬਿਰਤ ਹਨ। ਉਹਨਾਂ ਦੇ ਵਿਚਕਾਰ ਦੀ ਦੂਰੀ ਧਰੁਵਾਂ ਦੇ ਵੱਲ ਵਧਣ ਤੇ ਘਟਣ ਲੱਗ ਜਾਂਦੀ ਹੈ, ਧਰੁਵਾਂ ਤੇ 0 ਹੋ ਜਾਂਦੀ ਹੈ, ਜਿੱਥੇ ਸਾਰੀਆਂ ਦੇਸ਼ਾਂਤਰੀ ਮੈਰੀਡੀਅਨ ਆਪਸ ਵਿੱਚ ਮਿਲਦੀਆਂ ਹਨ। ਵਿਤਕਾਰ ਰੇਖਾਵਾਂ ਤੋਂ ਭਿੰਨ ਸਾਰੀਆਂ ਦੇਸ਼ਾਂਤਰੀ ਮੈਰੀਡੀਅਨ ਲੰਬਾਈ ਵਿੱਚ ਸਮਾਨ ਹੁੰਦੀਆਂ ਹਨ। ਇਸ ਲਈ ਇਹਨਾਂ ਨੂੰ ਸਿਰਫ ਮੁੱਖ ਸੰਖਿਆਵਾਂ ਵਿੱਚ ਵਿਅਕਤ ਕਰਨਾ ਕਠਿਨ ਸੀ। ਤਾਂ ਸਾਰੇ ਦੇਸ਼ਾਂ ਨੇ ਫੈਸਲਾ ਕੀਤਾ ਕਿ ਗ੍ਰੀਨ ਵਿੱਚ, ਜਿੱਥੇ ਬ੍ਰਿਟਿਸ਼ ਰਾਜਕੀ ਵੇਧਸ਼ਾਲਾ ਸਥਿਤ ਹੈ, ਤੋਂ ਗੁਜ਼ਰਨ ਵਾਲੀ ਮੈਰੀਡੀਅਨ ਤੋਂ ਪੂਰਬ ਅਤੇ ਪੱਛਮ ਵੱਲ ਗਿਣਤੀ ਸ਼ੁਰੂ ਕੀਤੀ ਜਾਵੇ। ਇਸੇ ਮੈਰੀਡੀਅਨ ਨੂੰ ਪ੍ਰਾਈਮ ਮੈਰੀਡੀਅਨ ਕਹਿੰਦੇ ਹਨ। ਇਸ ਦਾ ਮਾਨ 0 ਡਿਗਰੀ ਦੇਸ਼ਾਂਤਰ ਹੈ। ਇੱਥੋਂ ਅਸੀਂ 180 ਡਿਗਰੀ ਪੂਰਬ ਜਾਂ 180 ਡਿਗਰੀ ਪੱਛਮ ਵੱਲ ਗਣਨਾ ਕਰਦੇ ਹਾਂ। ਪ੍ਰਾਈਮ ਮੈਰੀਡੀਅਨ ਤੇ 180 ਮੈਰੀਡੀਅਨ ਇਲਾਕੇ ਮਿਲ ਕੇ ਪ੍ਰਿਥਵੀ ਨੂੰ 2 ਸਮਾਨ ਭਾਗਾਂ ਵਿੱਚ ਵੰਡਦੀਆਂ ਨੇ, ਪੂਰਬੀ ਗੋਲਾਰਧ ਤੇ ਪੱਛਮੀ ਗੋਲਾਰਧ। ਇਸ ਲਈ ਕਿਸੇ ਸਥਾਨ ਦੇ ਦੇਸ਼ਾਂਤਰ ਦੇ ਅੱਗੇ ਪੂਰਬ ਦੇ ਲਈ ਅੱਖਰ E ਤੇ ਪੱਛਮ ਦੇ ਲਈ ਅੱਖਰ W ਦਾ ਉਪਯੋਗ ਕਰਦੇ ਹਨ। ਇਹ ਜਾਣਨਾ ਰੌਚਕ ਹੋਵੇਗਾ ਕਿ 180 ਡਿਗਰੀ ਪੂਰਬ ਤੇ 180 ਡਿਗਰੀ ਪੱਛਮ ਮੈਰੀਡੀਅਨ ਇੱਕ ਹੀ ਰੇਖਾ ਤੇ ਸਥਿਤ ਹਨ। ਹੁਣ ਗਲੋਬ ਦੇ ਵਿਤਕਾਰ ਰੇਖਾਵਾਂ ਤੇ ਦੇਸ਼ਾਂਤਰੀ ਮੈਰੀਡੀਅਨ ਦੇ ਦੁਆਰਾ ਬਣੀ ਗ੍ਰਿਡ ਨੂੰ ਧਿਆਨ ਨਾਲ ਦੇਖੀਏ ਅਸੀਂ, ਤਾਂ ਸਾਨੂੰ ਕਿਸੇ ਸਥਾਨ ਦੇ ਵਿਤਕਾਰ ਤੇ ਦੇਸ਼ਾਂਤਰ ਦੀ ਸਹੀ ਜਾਣਕਾਰੀ ਹੋਵੇ ਤਾਂ ਗਲੋਬ ਤੇ ਅਸੀਂ ਉਸ ਸਥਾਨ ਦਾ ਪਤਾ ਆਸਾਨੀ ਨਾਲ ਲਗਾ ਸਕਦੇ ਹਾਂ। ਉਦਾਹਰਨ ਲਈ ਅਸਾਮ ਵਿੱਚ ਥੁਬਰੀ 26 ਡਿਗਰੀ ਨਾਰਥ ਵਿਤਕਾਰ ਅਤੇ
90 ਡਿਗਰੀ ਈਸਟ ਦੇਸ਼ਾਂਤਰ ਤੇ ਸਥਿਤ ਹੈ। ਹੁਣ ਉਸ ਬਿੰਦੂ ਨੂੰ ਦੇਖੀਏ ਜੇ ਜਿੱਥੇ ਦੋਨੇ ਰੇਖਾਵਾਂ ਆਪਸ ਵਿੱਚ ਇੱਕ ਦੂਸਰੇ ਨੂੰ ਕੱਟਦੀਆਂ ਹਨ, ਇਹ ਬਿੰਦੂ ਉਸ ਸਥਾਨ ਦੀ ਸਹੀ ਸਥਿਤੀ ਹੋਵੇਗਾ। ਇਸ ਨੂੰ ਸਮਝਣ ਲਈ ਕਾਗਜ਼ ਤੇ ਸਮਾਨ ਦੂਰੀ ਵਾਲੀਆਂ ਖਿਤਿਜ ਤੇ ਲੰਬਕਾਰੀ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਨੇ। ਲੰਬਕਾਰੀ ਰੇਖਾਵਾਂ ਨੂੰ ਸੰਖਿਆ 1 2 3 4 5 6 ਨਾਲ, ਖਿਤਿਜ ਰੇਖਾਵਾਂ ਨੂੰ ABCDE ਨਾਲ ਅੱਖਰਾਂ ਵਿੱਚ ਵਿਅਕਤ ਕੀਤਾ ਜਾ ਸਕਦਾ ਹੈ। ਜਿਨ੍ਹਾਂ ਬਿੰਦੂਆਂ ਤੇ ਲੰਬਕਾਰੀ ਤੇ ਖਿਤਿਜ ਰੇਖਾਵਾਂ ਇੱਕ ਦੂਸਰੇ ਨੂੰ ਕੱਟਦੀਆਂ ਹਨ ਉੱਥੇ ਕੁਝ ਛੋਟੇ ਬ੍ਰਿਤ ਖਿੱਚੇ ਜਾ ਸਕਦੇ ਹਨ। ਇਹਨਾਂ ਛੋਟੇ ਬ੍ਰਿਤਾਂ ਨੂੰ ਜਿਹੜੇ ਰੋਮਨ ਲੈਟਰਸ ਨੇ 1 2 3 ਤੋਂ ਲੈ ਕੇ ਨਾਵਾਂ ਨਾਲ ਵਿਅਕਤ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਨਾਲ ਅਸੀਂ ਅਲੱਗ-ਅਲੱਗ ਸਥਿਤੀਆਂ ਦੇ ਮੁਤਾਬਕ ਇਹਨਾਂ ਦੀ ਅਲੱਗ-ਅਲੱਗ ਗਣਨਾ ਕਰ ਸਕਦੇ ਹਾਂ। ਮੰਨ ਲਓ ਲੰਬਕਾਰੀ ਰੇਖਾਵਾਂ ਪੂਰਵ ਦੇਸ਼ਾਂਤਰਾਂ ਤੇ ਖਿਤਿਜ ਰੇਖਾਵਾਂ ਉੱਤਰੀ ਵਿਤਕਾਰਾਂ ਨੂੰ ਵਿਅਕਤ ਕਰਦੀਆਂ ਹਨ। ਬ੍ਰਿਤ 1 ਡਿਗਰੀ ਉੱਤਰੀ ਵਿਤਕਾਰ ਬ੍ਰਿਤ ਅਤੇ 1 ਡਿਗਰੀ ਪੂਰਬੀ ਦੇਸ਼ਾਂਤਰ ਤੇ ਸਥਿਤ ਹੋਵੇਗਾ। ਦੇਸ਼ਾਂਤਰ ਤੇ ਸਮੇਂ ਨੂੰ ਮਾਪਣਾ ਸਭ ਤੋਂ ਵਧੀਆ ਸਾਧਨ ਪ੍ਰਿਥਵੀ, ਚੰਦਰਮਾ ਤੇ ਗ੍ਰਹਿਾਂ ਦੀ ਗਤੀ ਹੈ। ਸੂਰਜ ਹਰ ਰੋਜ਼ ਚੜ੍ਹਦਾ ਹੈ, ਡੁੱਬਦਾ ਹੈ, ਇਸ ਲਈ ਸੁਭਾਵਿਕ ਹੈ ਕਿ ਇਹ ਪੂਰੇ ਵਿਸ਼ਵ ਵਿੱਚ ਇੱਕ ਸਮਾਂ ਨਿਰਧਾਰਨ ਦਾ ਸਭ ਤੋਂ ਵਧੀਆ ਸਾਧਨ ਹੈ। ਸਥਾਨਕ ਸਮੇਂ ਦਾ ਅਨੁਮਾਨ ਸੂਰਜ ਦੇ ਦੁਆਰਾ ਬਣਨ ਵਾਲੇ ਪਰਛਾਵੇਂ ਤੋਂ ਲਗਾਇਆ ਜਾ ਸਕਦਾ ਹੈ, ਜੋ ਦੁਪਹਿਰ ਵੇਲੇ ਸਭ ਤੋਂ ਛੋਟਾ, ਸੂਰਜ ਚੜ੍ਹਨ ਤੇ ਸੂਰਜ ਡੁੱਬਣ ਵੇਲੇ ਸਭ ਤੋਂ ਲੰਬਾ ਹੁੰਦਾ ਹੈ। ਗ੍ਰੀਨਵਿਚ ਤੇ ਸਥਿਤ ਪ੍ਰਾਈਮ ਮੈਰੀਡੀਅਨ ਤੇ ਸੂਰਜ ਜਿਸ ਸਮੇਂ ਅਸਮਾਨ ਦੇ ਸਭ ਤੋਂ ਉੱਚੇ ਬਿੰਦੂ ਤੇ ਹੋਵੇਗਾ, ਉਸ ਸਮੇਂ ਮੈਰੀਡੀਅਨ ਤੇ ਸਥਿਤ ਸਾਰੇ ਸਥਾਨਾਂ ਤੇ ਦੁਪਹਿਰ ਹੋਵੇਗੀ। ਕਿਉਂਕਿ ਪ੍ਰਿਥਵੀ ਪੱਛਮ ਤੋਂ ਪੂਰਬ ਵੱਲ ਚੱਕਰ ਲਗਾਉਂਦੀ ਹੈ, ਇਸ ਲਈ ਇਹ ਸਥਾਨ ਜੋ ਗ੍ਰੀਨਵਿਚ ਦੇ ਪੂਰਬ ਵਿੱਚ ਹਨ, ਉਹਨਾਂ ਦਾ ਸਮਾਂ ਗ੍ਰੀਨਵਿਚ ਸਮੇਂ ਤੋਂ ਅੱਗੇ ਹੋਵੇਗਾ। ਜੋ ਪੱਛਮ ਵਿੱਚ ਹਨ, ਉਹਨਾਂ ਦਾ ਸਮਾਂ ਪਿੱਛੇ ਹੋਵੇਗਾ। ਸਮੇਂ ਦੇ ਅੰਤਰ ਦੀ ਦਰ ਦੀ ਗਣਨਾ ਅਸੀਂ ਇਸ ਪ੍ਰਕਾਰ ਕਰ ਸਕਦੇ ਹਾਂ। ਪ੍ਰਿਥਵੀ ਲਗਭਗ 24 ਘੰਟੇ ਵਿੱਚ ਆਪਣੇ ਧੁਰੇ ਦੇ ਦੁਆਲੇ 360 ਡਿਗਰੀ ਘੁੰਮ ਜਾਂਦੀ ਹੈ, ਭਾਵ ਉਹ 1 ਘੰਟੇ ਵਿੱਚ 15 ਡਿਗਰੀ ਤੇ 4 ਮਿੰਟ ਵਿੱਚ 1 ਡਿਗਰੀ ਘੁੰਮਦੀ ਹੈ। ਇਸ ਪ੍ਰਕਾਰ ਜਦੋਂ ਗ੍ਰੀਨਵਿਚ ਵਿੱਚ ਦੁਪਹਿਰ ਦੇ 12 ਵੱਜਦੇ ਹਨ ਤਾਂ ਗ੍ਰੀਨਵਿਚ ਤੋਂ 15 ਡਿਗਰੀ ਪੂਰਬ ਦਾ ਸਮਾਂ ਹੋਵੇਗਾ। 15 ਗੁਣਾ 4 60 ਮਿੰਟ, ਭਾਵ ਗ੍ਰੀਨਵਿਚ ਦੇ ਸਮੇਂ ਤੋਂ 1 ਘੰਟਾ ਅੱਗੇ, ਭਾਵ ਉੱਥੇ ਦੁਪਹਿਰ ਦਾ ਸਮਾਂ 1 ਵਜੇ ਹੋਵੇਗਾ। ਪਰੰਤੂ ਗ੍ਰੀਨਵਿਚ ਤੋਂ 15 ਡਿਗਰੀ ਪੱਛਮ ਦਾ ਸਮਾਂ ਗ੍ਰੀਨਵਿਚ ਦੇ ਸਮੇਂ ਤੋਂ 1 ਘੰਟਾ ਪਿੱਛੇ ਹੋਵੇਗਾ, ਭਾਵ ਉੱਥੇ ਸਵੇਰ ਦੇ 11 ਵਜੇ ਹੋਣਗੇ। ਇਸ ਪ੍ਰਕਾਰ ਜਦੋਂ ਗ੍ਰੀਨਵਿਚ ਤੇ ਦੁਪਹਿਰ ਦੇ 12 ਵਜੇ ਹੋਣਗੇ, ਉਸ ਸਮੇਂ 180 ਡਿਗਰੀ ਤੇ ਮੱਧ ਰਾਤ ਹੋਵੇਗੀ। ਕਿਸੇ ਵੀ ਸਥਾਨ ਤੇ ਜਦੋਂ ਸੂਰਜ ਆਕਾਸ਼ ਵਿੱਚ ਆਪਣੇ ਉੱਚਤਮ ਬਿੰਦੂ ਤੇ ਹੁੰਦਾ ਹੈ, ਦੁਪਹਿਰ ਵਿੱਚ ਉਸੇ ਸਮੇਂ ਘੜੀ ਵਿੱਚ ਦਿਨ ਦੇ 12 ਵੱਜਦੇ ਹਨ। ਇਸ ਪ੍ਰਕਾਰ ਘੜੀ ਦੁਆਰਾ ਦਿਖਾਇਆ ਗਿਆ ਸਮਾਂ ਉਸ ਸਥਾਨ ਦਾ ਸਥਾਨਕ ਸਮਾਂ ਹੋਵੇਗਾ। ਅਸੀਂ ਦੇਖ ਸਕਦੇ ਹਾਂ ਕਿ ਦਿੱਤੇ ਹੋਏ ਦੇਸ਼ਾਂਤਰੀ ਮੈਰੀਡੀਅਨ ਦੇ ਸਾਰੇ ਸਥਾਨਾਂ ਦਾ ਸਥਾਨਕ ਸਮਾਂ ਸਮਾਨ ਹੈ। ਗੋਲ ਧਰਤੀ ਦਾ ਇੱਕ ਛੋਟਾ ਰੂਪ ਗਲੋਬ ਅਖਵਾਉਂਦਾ ਹੈ। ਗਲੋਬ ਨੂੰ ਧਰਤੀ ਦਾ ਮਾਡਲ ਕਿਹਾ ਜਾਂਦਾ। ਇਹ ਉਹ ਉਪਕਰਨ ਹੈ ਜੋ ਸਾਡੀਆਂ ਅੱਖਾਂ ਨੂੰ ਵੱਡੀ ਧਰਤੀ ਨੂੰ ਛੋਟੇ ਰੂਪ ਵਿੱਚ ਜਿਉਂ ਦਾ ਤਿਉਂ ਪ੍ਰਸਤੁਤ ਕਰਦਾ ਹੈ। ਗਲੋਬ ਧਰਤੀ ਦਾ ਸਹੀ ਗਿਆਨ ਕਰਵਾਉਂਦਾ ਹੈ। ਇਸ ਤੇ ਸਾਨੂੰ ਦੋਹਾਂ ਧਰੁਵਾਂ, ਵਿਤਕਾਰਾਂ, ਦੇਸ਼ਾਂਤਰਾਂ, ਮਹਾਂਦੀਪਾਂ ਤੇ ਮਹਾਂਸਾਗਰਾਂ ਦਿਖਾਈ ਦਿੰਦੇ ਨੇ। ਲੱਕੜੀ ਤੇ ਪਲਾਸਟਿਕ ਦੇ ਗਲੋਬ ਇੱਕ ਥਾਂ ਤੋਂ ਦੂਜੇ ਥਾਂ ਲਿਜਾਣੇ ਮੁਸ਼ਕਲ ਹੁੰਦੇ ਨੇ ਪਰ ਵਰਤਮਾਨ ਸਮੇਂ ਵਿੱਚ ਮੋੜ ਕੇ ਰੱਖਣ ਵਾਲੇ ਤੇ ਹਵਾ ਭਰ ਕੇ ਫੁਲਾਉਣ ਵਾਲੇ ਗਲੋਬ ਤਿਆਰ ਕੀਤੇ ਜਾਂਦੇ ਨੇ। ਤਾਂ ਇਸ ਮੁਸ਼ਕਲ ਦਾ ਅੰਤ ਹੋ ਗਿਆ। ਤਾਂ ਗਲੋਬ ਆ ਜਿਹੜਾ ਉਹ ਪਰਬਤ ਪਠਾਰਾਂ ਤੇ ਹੋਰ ਭੂਤ ਆਕ੍ਰਿਤੀਆਂ ਨੂੰ ਉਭਾਰ ਕੇ ਬਣਾਇਆ ਗਿਆ ਹੈ। ਗਲੋਬ ਨੂੰ ਧੁਰੀ ਦੇ ਦੁਆਲੇ ਘੁਮਾ ਕੇ ਧਰਤੀ ਦੀ ਗਤੀ ਦਾ ਅਧਿਐਨ ਕੀਤਾ ਜਾਂਦਾ ਹੈ। ਗਲੋਬ ਵਿੱਚ ਉੱਤਰ ਦੱਖਣ ਦੇ ਸਿਰਿਆਂ ਨੂੰ ਉਸੇ ਤਰ੍ਹਾਂ ਝੁਕਿਆ ਬਣਾਇਆ ਜਾਂਦਾ ਹੈ ਜਿਸ ਤਰ੍ਹਾਂ ਧਰਤੀ ਆਪਣੇ ਧੁਰੇ ਪਾਸੇ ਝੁਕੀ ਹੋਈ ਹੈ। ਇਸ ਝੁਕਾਅ ਦੇ ਕਾਰਨ ਮੌਸਮ ਚੱਕਰ ਬਣਦੇ ਨੇ। ਪਹਿਲਾ ਗਲੋਬ 1492 ਈਸਵੀ ਵਿੱਚ ਬਣਾਇਆ ਗਿਆ। ਗਲੋਬ ਦੇ ਉਪਯੋਗ ਵਿੱਚ ਕੁਝ ਮੁਸ਼ਕਲਾਂ ਵੀ ਹਨ। ਗਲੋਬ ਦੇ ਰਾਹੀਂ ਸਾਰੀ ਧਰਤੀ ਇੱਕੋ ਵਾਰ ਨਹੀਂ ਦੇਖਿਆ ਜਾ ਸਕਦਾ। ਇੱਕ ਵਾਰ ਘੁਮਾਉਣ ਤੇ ਸਾਰਾ ਹਿੱਸਾ ਨਜ਼ਰ ਆਉਂਦਾ ਹੈ, ਪਿੱਛੇ ਵਾਲਾ ਹਿੱਸਾ ਉਸ ਨੂੰ ਫਿਰ ਘੁਮਾਉਣਾ ਪੈਂਦਾ ਹੈ। ਛੋਟੇ ਛੋਟੇ ਖੇਤਰਾਂ, ਨਗਰਾਂ, ਪਿੰਡਾਂ ਦੇ ਅਧਿਐਨ ਲਈ ਗਲੋਬ ਬੇਕਾਰ ਰਹਿੰਦਾ ਹੈ। ਇਹ ਵੱਡੇ ਵੱਡੇ ਖੇਤਰਾਂ ਲਈ ਹੀ ਉਪਯੋਗੀ ਹੈ। ਗਲੋਬ ਆ ਜਿਹੜਾ ਗੋਲਾਕਾਰ ਧਰਤੀ ਦਾ ਸਹੀ ਰੂਪ ਤੇ ਨਮੂਨਾ ਹੁੰਦਾ ਹੈ। ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗਲੋਬ ਕੀਤਾ ਹੈ, ਗਲੋਬ ਬਾਰੇ ਜਾਣਕਾਰੀ ਲਈ ਹੈ। ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਇਸ ਦੇ MCQ ਕਰਾਂਗੇ। ਅੱਜ ਦੀ ਵੀਡੀਓ ਲਈ
ਥੈਂਕਸ ਓਕੇ।